ਹੈਲੋ ਗਾਇਜ਼, ਵੈਲਕਮ ਬੈਕ ਮਾਈ ਚੈਨਲ। ਅੱਜ ਅਸੀਂ ਦੇਖਣ ਜਾ ਰਹੇ ਹਾਂ ਪੰਜਾਬੀ ਬੀ ਦਾ ਸਿਲੇਬਸ ਐਂਡ ਸਟਰਕਚਰ ਕੁਐਸਚਨ ਪੇਪਰ ਦੇ ਟਰਮ 2 ਦੇ ਵਾਸਤੇ ਕਲਾਸ 10th ਦਾ। ਹਾਂਜੀ, ਸਭ ਤੋਂ ਪਹਿਲਾਂ ਸਾਨੂੰ ਇਹ ਹੀ ਪਤਾ ਹੋਣਾ ਚਾਹੀਦਾ ਕਿ ਸਾਡੇ ਸਿਲੇਬਸ ਦੇ ਵਿੱਚ ਟਰਮ 2 ਦੇ ਵਿੱਚ ਕੀ ਹੈ, ਤਾਂ ਕਿ ਅਸੀਂ ਜੋ ਆਪਣੇ ਪੇਪਰ ਦੀ ਤਿਆਰੀ ਹੈ ਉਸ ਦੇ ਅਕੋਰਡਿੰਗ ਕਰ ਸਕੀਏ। ਹਾਂਜੀ, ਸਭ ਤੋਂ ਪਹਿਲਾਂ ਹੈ ਸਾਡੇ ਕੋਲ ਆਏਗੀ ਸੁੰਦਰ ਲਿਖਾਈ 2 ਮਾਰਕਸ ਦੀ। ਫਿਰ ਲੇਖ ਪਹਿਲੇ 9 ਛੱਡ ਕੇ ਬਾਕੀ ਸਾਰੇ ਲੇਖ ਸ਼ਾਮਿਲ ਹੋਣਗੇ। ਅਭਿਆਸ ਵਿੱਚੋਂ ਕੇਵਲ ਜੀਵਨੀਆਂ ਪੱਤਰ ਨਮੂਨੇ ਦੇ 8 ਤੋਂ 14, ਅਭਿਆਸ 6 ਤੋਂ 10 ਤੱਕ, ਸੰਖੇਪ ਰਚਨਾ 4 ਤੋਂ 6, ਅਭਿਆਸ 4 ਤੋਂ 5 ਤੱਕ, ਅੰਡਿੱਠਾ ਪੈਰਾ 3 ਤੋਂ 4 ਤੱਕ, ਅਭਿਆਸ 4 ਤੋਂ 5 ਤੱਕ, ਮੁਹਾਵਰੇ ਤੱਦੇ ਤੋਂ ਲੈ ਕੇ ਪੁਸਤਕ ਵਿੱਚ ਸ਼ਾਮਲ ਸਾਰੇ ਮੁਹਾਵਰੇ। ਹਾਂਜੀ, ਇਹ ਸਾਰੇ ਆਉਣਗੇ ਸਾਡੇ ਕੋਲ 16 ਮਾਰਕਸ ਦੇ। ਹਾਂਜੀ, ਉਸ ਤੋਂ ਬਾਅਦ ਸਾਡੇ ਕੋਲ 3rd ਨੰਬਰ 'ਚ ਆਏਗਾ ਵਿਰਾਮ ਚਿੰਨ੍ਹ, ਵਿਆਕਰਨ ਦੀ ਪਰਿਭਾਸ਼ਾ, ਭਾਸ਼ਾ ਅਤੇ ਪੰਜਾਬੀ ਭਾਸ਼ਾ, ਧੁਨੀ ਅਤੇ ਪੰਜਾਬੀ ਧੁਨੀਆਂ, ਕੇਵਲ ਸਵਰ ਅਤੇ ਨਾਸਕੀ ਸਵਰ ਹੀ ਆਉਣਗੇ ਸਾਡੇ ਕੋਲ ਧੁਨੀ ਅਤੇ ਪੰਜਾਬੀ ਧੁਨੀਆਂ ਦੇ ਵਿੱਚ। ਲਿਪੀ ਅਤੇ ਗੁਰਮੁਖੀ ਲਿਪੀ, ਇਹਨਾਂ ਦੇ ਵਿੱਚੋਂ ਕੇਵਲ ਮੁਕਤਾ, ਲਗਾ ਮਾਤਰਾ ਅਤੇ ਲਗਾਖਰ ਦੇ ਬਾਰੇ ਹੀ ਆਏਗਾ। ਸ਼ਬਦ ਬੋਧ ਦੇ ਵਿੱਚ ਸਾਡੇ ਕੋਲ ਨਾਂਵ ਪੜ੍ਹਨਾਂਵ, ਵਚਨ, ਲਿੰਗ, ਕਾਲ, ਕਿਸਮਾਂ ਦੇ ਜਿਹੜੇ ਭੇਦ, ਉਪਭੇਦ ਅਤੇ ਵਾਕ ਦਾ ਕਾਲ ਬਦਲਣਾ, ਇਹੀ ਆਏਗਾ। ਇਸ ਤੋਂ ਇਲਾਵਾ ਵਿਸ਼ੇਸ਼ਣ ਵਗੈਰਾ ਜੋ ਕਿਰਿਆ ਵਿਸ਼ੇਸ਼ਣ, ਯੋਜਕ, ਸੰਬੰਧਕ, ਇਹ ਸਾਰਾ ਕੁਝ ਸਾਡੇ ਟਰਮ 1 'ਚ ਆ ਗਿਆ ਸੀ ਅਤੇ ਇਹ ਟਰਮ 2 ਦੇ ਵਿੱਚ ਨਹੀਂ ਆਏਗਾ। ਹਾਂਜੀ, ਇਹ ਸਾਰਾ ਕੁਝ ਆਏਗਾ ਸਾਡੇ ਕੋਲ 10 ਮਾਰਕਸ ਦਾ। ਆਪਣੇ ਕੋਲ 4th ਨੰਬਰ 'ਚ ਹੈ ਅਰਥਬੋਧ। ਅਰਥਬੋਧ ਹੁੰਦਾ ਹੈ ਬਹੁਅਰਥਕ ਅਤੇ ਸਮਾਨਾਰਥਕ ਸ਼ਬਦ ਜਿਨ੍ਹਾਂ ਦਾ ਕੋਈ ਮੀਨਿੰਗ ਹੋਵੇ, ਠੀਕ ਹੈ। ਉਹ ਸਾਡੇ ਕੋਲ ਆਉਣਗੇ 7 ਮਾਰਕਸ ਦੇ। ਅਤੇ ਜਿਹੜਾ ਸਾਡਾ ਪੰਜਾਬੀ ਏ ਦੇ ਪੇਪਰ ਦੀ ਤਰ੍ਹਾਂ ਸਾਡਾ ਜਿਹੜਾ ਪੰਜਾਬੀ ਬੀ ਦਾ ਪੇਪਰ ਹੈ ਉਹ ਵੀ 35 ਮਾਰਕਸ ਦਾ ਆਏਗਾ। ਅਤੇ ਟਾਈਮ ਸਾਡੇ ਕੋਲ ਇੱਥੇ 2 ਹਾਰਸ ਦੀ ਹੋਣਗੇ ਆਪਣੇ ਕੋਲ ਟਾਈਮ। ਇਸ ਪਰ ਇੱਥੇ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਇੱਥੇ 3 ਹਾਰਸ ਲਿਖਿਆ ਨਾ, ਇਹ 3 ਗਲਤ ਹੈ। ਸਾਡੇ ਕੋਲ 2 ਹੀ ਹਾਰਸ ਹੋਣਗੇ ਕਰਨ ਵਾਸਤੇ ਪੇਪਰ, ਇਸ ਲਈ ਸਾਨੂੰ ਆਪਣੀ ਸਪੀਡ ਬਣਾਉਣੀ ਪਏਗੀ। ਹਾਂਜੀ, ਹੁਣ ਅਸੀਂ ਦੇਖਾਂਗੇ ਪ੍ਰਸ਼ਨ ਪੱਤਰ ਦੀ ਰੂਪਰੇਖਾ, ਮੀਨਿੰਗ ਕੀ, ਪੇਪਰ ਦਾ ਸਟਰਕਚਰ, ਪੇਪਰ ਸਟਰਕਚਰ। ਹਾਂਜੀ, ਜਿਸ ਦੇ ਵਿੱਚ ਨੋਟ ਕਰਨ ਵਾਲੀ ਗੱਲ ਹੈ ਕਿ ਪਹਿਲਾ ਜਿਹੜਾ ਪ੍ਰਸ਼ਨ ਹੋਏਗਾ 2 ਅੰਕ ਸੁੰਦਰ ਲਿਖਾਈ ਲਈ ਹੋਣਗੇ। ਪ੍ਰਸ਼ਨ ਪੱਤਰ ਦੇ ਕੁੱਲ 9 ਪ੍ਰਸ਼ਨ ਹੋਣਗੇ, ਸਾਰੇ ਪ੍ਰਸ਼ਨ ਕਰਨੇ ਲਾਜ਼ਮੀ ਹੋਣਗੇ। ਗਾਈਜ਼, ਇੱਕ ਗੱਲ ਹੈ ਨਾ ਕਿ ਬੱਚੇ ਕੁਐਸਚਨ ਕਰਕੇ ਨਹੀਂ ਆਉਂਦੇ, ਛੱਡ ਆਉਂਦੇ ਹੈ। ਤੁਹਾਨੂੰ ਆਉਂਦਾ ਨਹੀਂ ਆਉਂਦਾ, ਤੁਸੀਂ ਥੋੜ੍ਹਾ ਮੋਟਾ ਲਿਖ ਕੇ ਆਓ, ਪਰ ਸਾਨੇ ਪੇਪਰ ਬਲੈਂਕ ਨਹੀਂ ਛੱਡਣਾ। ਹਾਂਜੀ, ਸਾਡੇ ਕੋਲ ਪ੍ਰਸ਼ਨ ਪਹਿਲਾ ਹੈ ਜਿਸ ਦੇ ਵਿੱਚ ਇਹ ਹੋਏਗਾ ਸੁੰਦਰ ਲਿਖਾਈ ਲਈ ਅੰਕ ਰਾਖਵਾਂ ਹੋਏਗਾ, ਸੁੰਦਰ ਲਿਖਾਈ ਲਈ। ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਪ੍ਰਸ਼ਨ 2 ਹੈ ਉਹ ਸਾਡੇ ਕੋਲ ਆਏਗਾ ਵਸਤੂਨਿਸ਼ਟ ਪ੍ਰਸ਼ਨ, ਜਿਹਦੇ ਵਿੱਚ ਪਹਿਲਾ ਪ੍ਰਸ਼ਨ ਹੋਏਗਾ, ਮਤਲਬ ਕਿ ਫਸਟ ਪੁਆਇੰਟ ਹੋਏਗਾ 1 ਜਾਂ 2 ਸ਼ਬਦਾਂ ਵਿੱਚ ਉੱਤਰ ਵਾਲੇ 2 ਪ੍ਰਸ਼ਨ, ਕੋਈ 2 ਪ੍ਰਸ਼ਨ ਹੋਣਗੇ। ਜਿਵੇਂ ਭਾਸ਼ਾ ਦਾ ਪਹਿਰਾਵਾ ਕਿਸ ਨੂੰ ਕਿਹਾ ਜਾਂਦਾ ਹੈ, ਲਿਪੀ ਨੂੰ, ਹੈ ਨਾ। ਇਸ ਤਰ੍ਹਾਂ ਦੇ ਹੋਰ ਕੁਐਸਚਨਸ, ਜਿਵੇਂ ਕਿ ਵਿਆਕਰਨ ਦੇ ਕਿੰਨੇ ਭਾਗ ਹਨ, 4 ਭਾਗ ਹਨ, ਇਸ ਤਰ੍ਹਾਂ ਦੇ ਛੋਟੇ ਛੋਟੇ ਕੁਐਸਚਨ ਹੋਣਗੇ 2। ਉਸ ਤੋਂ ਬਾਅਦ ਸਾਡੇ ਕੋਲ ਆਏਗਾ ਸਹੀ ਗਲਤ ਵਾਲੇ 2 ਪ੍ਰਸ਼ਨ ਆਉਣਗੇ। ਜਿਵੇਂ ਪੁੱਛ ਸਕਦੇ ਹੈ ਉਹ ਕਿ ਇਹ ਸ਼ਬਦ ਸ਼ੁੱਧ ਹੈ ਜਾਂ ਅਸ਼ੁੱਧ ਹੈ, ਪਰ ਇਹ ਸ਼ੁੱਧ ਸ਼ਾਇਦ ਸਾਡੇ ਕੋਲ ਪੇਪਰਾਂ ਵਿੱਚ ਨਹੀਂ ਆਉਣਗੇ ਕਿਉਂਕਿ ਸਾਡੇ ਸਿਲੇਬਸ 'ਚ ਨਹੀਂ ਦਿੱਤਾ ਹੋਇਆ। ਤਾਂ ਫਿਰ ਇਹ ਹੋਰ ਕੁਝ ਪੁੱਛ ਸਕਦੇ ਹੈ, ਇਹ ਪੁੱਛ ਸਕਦੇ ਹੈ ਕਿ ਮੁੰਡਾ ਦਾ ਲਿੰਗ ਕੁੜੀ ਹੋਏਗਾ ਜਾਂ ਫਿਰ ਕੁੜੀਆਂ ਹੋਏਗਾ, ਇਸ ਤਰ੍ਹਾਂ ਪੁੱਛ ਸਕਦੇ ਹੈ। ਹਾਂਜੀ, ਉਸ ਤੋਂ ਬਾਅਦ ਸਾਡੇ ਕੋਲ ਆਏਗੀ ਖਾਲੀ ਥਾਵਾਂ। ਖਾਲੀ ਥਾਵਾਂ
ਜਿਸ ਦੇ ਵਿੱਚ ਅਸੀਂ ਬਲੈਂਕ ਕਰਨਾ ਹੋਏਗਾ ਵਿਦ ਆਪਸ਼ਨਸ ਆਪਣੇ ਕੋਲ ਹੋਣਗੀਆਂ। ਜਿਵੇਂ ਸਾਡੇ ਕੋਲ ਟਰਮ 1 ਦੇ ਪੇਪਰ ਦੇ ਵਿੱਚ 4 ਆਪਸ਼ਨਾਂ ਆਉਂਦੀਆਂ ਸੀ, ਉਸ ਤਰ੍ਹਾਂ ਇਸ ਦੇ ਵਿੱਚ 2 ਆਪਸ਼ਨਾਂ ਹੀ ਹੋਣਗੀਆਂ। ਉਸ ਤੋਂ ਬਾਅਦ ਹੈ ਜੀ ਇਹ ਵਸਤੂਨਿਸ਼ਟ ਪ੍ਰਸ਼ਨ ਨਿਰਧਾਰਿਤ ਪਾਠ ਪੁਸਤਕ ਦੇ ਵਿਆਕਰਨ ਦੀ ਪਰਿਭਾਸ਼ਾ, ਭਾਸ਼ਾ ਅਤੇ ਪੰਜਾਬੀ ਭਾਸ਼ਾ ਧੁਨੀ ਅਰਥਬੋਧ ਬਹੁਤੇ ਸ਼ਬਦ ਦੀ ਥਾਂ ਇੱਕ ਸ਼ਬਦ ਵਿਰੋਧੀ ਸ਼ਬਦ ਵਿੱਚੋਂ ਹੋਣਗੇ। ਹਾਂਜੀ, ਹੁਣ ਜਿਵੇਂ ਅਸੀਂ ਦੇਖਿਆ ਪੜ੍ਹਿਆ ਕਿ ਇਹਦਾ ਜਿਹੜਾ ਸਿਲੇਬਸ ਹੈ ਉਹ ਕੀ ਹੈ, ਉਹ ਹੈ ਇਸਦਾ ਇਹ ਵਿਆਕਰਨ ਦੀ ਪਰਿਭਾਸ਼ਾ, ਭਾਸ਼ਾ ਅਤੇ ਪੰਜਾਬੀ ਭਾਸ਼ਾ, ਧੁਨੀਆਂ ਅਤੇ ਪੰਜਾਬੀ ਧੁਨੀਆਂ, ਕੇਵਲ ਵਿਅੰਜਨ ਧੁਨੀਆਂ, ਗੁਰਮੁਖੀ ਲਿਪੀ, ਕੇਵਲ ਲਗਾ ਮਾਤਰਾ, ਸ਼ਬਦ ਭੇਦ, ਅਰਥਬੋਧ ਬਹੁਤੇ ਸ਼ਬਦ ਦੀ ਥਾਂ ਇੱਕ ਸ਼ਬਦ ਵਿਰੋਧਾਰਥਕ ਸ਼ਬਦ ਵਿੱਚੋਂ ਹੋਣਗੇ। ਤਾਂ ਟੋਟਲ ਇਹ 5 ਮਾਰਕਸ ਆਏਗਾ। ਅਤੇ ਆਪਣੇ ਕੋਲ ਆਪਾਂ ਟੌਪਿਕ ਕਾਊਂਟ ਕਰ ਲੈਂਦੇ ਹਾਂ ਕਿੰਨੇ ਟੌਪਿਕਸ ਹੈ ਆਪਣੇ ਕੋਲ। ਇਹ 1 ਟੌਪਿਕ ਇਹ ਹੋ ਗਿਆ, 2 ਟੌਪਿਕ ਐਂਡ ਸਾਡੇ ਕੋਲ 3rd ਟੌਪਿਕ, ਉਸ ਤੋਂ ਬਾਅਦ ਹੈ 4th ਟੌਪਿਕ, 5 ਟੌਪਿਕ, 6 ਟੌਪਿਕ। ਹਾਂਜੀ, ਅਤੇ ਗਾਇਸ ਸਾਡੇ ਕੋਲ ਟੌਪਿਕਸ ਹੈ ਜਿਹੜੇ ਉਹ ਜ਼ਿਆਦਾ ਹੈ, ਪਰ ਸਾਡੇ ਕੋਲ ਜਿਹੜੇ ਉਸਦੇ ਨਾਲ ਰਿਲੇਟਿਡ ਕੁਐਸਚਨ ਆਨਸਰਸ ਆਉਣਗੇ ਉਹ ਘੱਟ ਹੋਣਗੇ। ਉਸ ਤੋਂ ਬਾਅਦ ਸਾਡੇ ਕੋਲ ਪ੍ਰਸ਼ਨ ਨੰਬਰ 3 ਵਿੱਚ ਆਏਗਾ, ਕੋਈ 3 ਵਿਸ਼ੇ ਦੇ ਕੇ ਇੱਕ ਉੱਤੇ ਲਗਭਗ 150 ਮਤਲਬ ਕਿ 150 ਸ਼ਬਦਾਂ ਵਿੱਚ ਲੇਖ ਲਿਖਣ ਲਈ ਕਿਹਾ ਜਾਵੇਗਾ। ਵਿਸ਼ਾ ਵਸਤੂ ਦੇ ਅੰਕ 2 ਅਤੇ ਪ੍ਰਗਟਾ ਦੇ 4 ਅੰਕ ਹਨ। ਹਾਂਜੀ, ਵਿਸ਼ਾ ਵਸਤੂ ਮਤਲਬ ਕਿ ਉਸ ਦੇ ਬਾਰੇ ਤੁਸੀਂ ਕਿਸ ਤਰ੍ਹਾਂ ਲਿਖ ਰਹੇ ਹੋ ਅਤੇ ਕਿੰਨੇ ਵਧੀਆ ਤਰੀਕੇ ਨਾਲ ਲਿਖ ਰਹੇ ਹੋ, ਉਸਦੇ ਸਾਨੂੰ ਮਾਰਕਸ ਮਿਲਣਗੇ। ਹਾਂਜੀ, ਸਾਡੇ ਕੋਲ ਜਿਹੜਾ ਹੈ ਇਹ ਲੇਖ ਜਿਵੇਂ ਅਸੀਂ ਉੱਪਰ ਪੜ੍ਹਿਆ ਸੀ ਕਿ ਅਭਿਆਸ ਵਿੱਚੋਂ ਜੀਵਨੀਆਂ ਆਉਣਗੀਆਂ ਅਤੇ ਪਹਿਲੇ 9 ਲੇਖ ਛੱਡ ਕੇ ਨਮੂਨੇ ਵਾਲੇ 'ਚੋਂ ਜੋ ਕਿ ਸਾਨੂੰ ਪਹਿਲਾਂ ਹੀ ਸੋਲਵ ਦਿੱਤੇ ਹੁੰਦੇ ਹੈ, ਉਹਨਾਂ ਵਿੱਚ ਪਹਿਲੇ 9 ਛੱਡ ਕੇ ਬਾਕੀ ਸਾਰੇ ਆਉਣਗੇ। 6 ਮਾਰਕਸ ਦਾ ਆਏਗਾ। ਉਸ ਤੋਂ ਬਾਅਦ ਹਾਂਜੀ ਸਾਡੇ ਕੋਲ ਆਏਗੀ, ਕੋਈ 2 ਵਿਸ਼ੇ ਦੇ ਕੇ ਕਿਸੇ ਇੱਕ 'ਤੇ ਪੱਤਰ ਅਰਜ਼ੀ ਲਿਖਣ ਲਈ ਕਿਹਾ ਜਾਵੇਗਾ। ਹਾਂਜੀ, ਸਾਡੇ ਕੋਲ ਪੱਤਰ ਅਰਜ਼ੀ ਆਉਣਗੀਆਂ, ਕਿਸ ਤਰ੍ਹਾਂ ਆਉਣਗੀਆਂ ਉਹ ਅਸੀਂ ਦੇਖਿਆ ਸੀ। ਪੱਤਰ ਸਾਡੇ ਕੋਲ ਹਾਂਜੀ ਆਉਣਗੇ ਨਮੂਨੇ ਦੇ 8 ਤੋਂ 14, ਅਭਿਆਸ ਦੇ 6 ਤੋਂ 10। ਹਾਂਜੀ, 8 ਤੋਂ 14 ਅਤੇ 6 ਤੋਂ 10। ਆਰੰਭ ਦਾ 1, ਮੱਧ ਦੇ 3 ਅਤੇ ਅੰਤ ਦਾ 1 ਅੰਕ ਹੈ। ਮਤਲਬ ਕਿ ਕਿਹੜੀ ਚੀਜ਼ ਲੈਫਟ ਸਾਈਡ ਲਿਖਣੀ ਹੈ ਜਾਂ ਫਿਰ ਰਾਈਟ ਸਾਈਡ ਲਿਖਣੀ ਹੈ, ਉਸਦੇ ਵਾਸਤੇ ਸਾਨੂੰ 1 ਮਾਰਕਸ ਮਿਲੇਗਾ। ਮੱਧ ਜੋ ਅਸੀਂ ਮੈਸੇਜ ਦੇਣਾ ਉਹ ਵਿੱਚ 'ਚ ਲਿਖਦੇ ਹਾਂ, ਉਹ ਉਸਦਾ ਸਾਨੂੰ 3 ਮਾਰਕਸ ਮਿਲਣਗੇ ਅਤੇ ਅੰਤ ਦਾ 1 ਮਾਰਕਸ ਮਿਲੇਗਾ। ਜੋ ਵੀ ਜਿਸ ਵੀ ਟਾਈਪ ਦੀ ਐਪਲੀਕੇਸ਼ਨ ਆਏਗੀ ਉਸਦੇ ਅਕੋਰਡਿੰਗ ਸਾਨੂੰ ਲਿਖਣਾ ਹੋਏਗਾ ਉਸਨੂੰ। ਹਾਂਜੀ, ਸਾਡੇ ਕੋਲ ਪ੍ਰਸ਼ਨ ਨੰਬਰ 5 ਦੇ ਵਿੱਚ ਹੈ, ਲਗਭਗ 100 ਸ਼ਬਦਾਂ ਦਾ ਇੱਕ ਪੈਰਾ ਦੇ ਕੇ ਉਸਦੀ 1/3 ਸ਼ਬਦਾਂ ਦੀ ਸੰਖੇਪ ਰਚਨਾ ਕਰਨ ਲਈ ਕਿਹਾ ਜਾਵੇਗਾ। ਇਸ ਦਾ ਸਿਰਲੇਖ ਵੀ ਲਿਖਣਾ ਹੋਵੇਗਾ। ਸਿਰਲੇਖ ਦਾ 1 ਅਤੇ ਸੰਖੇਪ ਰਚਨਾ ਦੇ 3 ਅੰਕ ਹਨ। ਹਾਂਜੀ, ਇਹ ਸੰਖੇਪ ਰਚਨਾ ਕਰਨੀ ਹੁੰਦੀ ਹੈ, ਮਤਲਬ ਕਿ ਜੋ ਆਪਾਂ ਨੂੰ ਪੈਰਾਗ੍ਰਾਫ ਦਿੱਤਾ ਹੁੰਦਾ ਹੈ ਉਸਦਾ ਕੀ ਕਰਨਾ ਹੁੰਦਾ ਹੈ, 1/3 ਕਰਕੇ ਲਿਖਣਾ ਹੁੰਦਾ ਹੈ ਅਤੇ ਉਸਦੇ ਵਾਸਤੇ ਸਾਨੂੰ 3 ਮਾਰਕਸ ਮਿਲਣਗੇ ਅਤੇ 1 ਮਾਰਕਸ ਮਿਲੇਗਾ ਉਸ ਮਤਲਬ ਕਿ ਉਸ ਪੈਰਾਗ੍ਰਾਫ ਦੀ ਹੈਡਿੰਗ ਬਣਾਉਣ ਦਾ। ਉਸਦੀ ਹੈਡਿੰਗ ਕੀ ਹੋਏਗੀ, ਸਿਰਲੇਖ ਹੁੰਦਾ ਹੈ ਹੈਡਿੰਗ। ਉਸ ਤੋਂ ਬਾਅਦ ਸਾਡੇ ਕੋਲ ਪ੍ਰਸ਼ਨ 6 ਹੈ, ਇੱਕ ਅਣਡਿੱਠਾ ਪੈਰਾ ਦੇ ਕੇ ਉਸ ਦੇ ਬਾਰੇ 3 ਪ੍ਰਸ਼ਨ ਪੁੱਛੇ ਜਾਣਗੇ, ਹਰੇਕ ਪ੍ਰਸ਼ਨ ਦਾ ਇੱਕ। ਹਾਂਜੀ, ਇਹ ਬਹੁਤ ਹੀ ਜ਼ਿਆਦਾ ਈਜ਼ੀ ਹੈ ਅਤੇ ਅਸੀਂ ਸ਼ੁਰੂ ਤੋਂ ਕਰਦੇ ਆ ਰਹੇ। ਇੱਕ ਅਣਡਿੱਠਾ ਪੈਰਾ ਅਤੇ ਉਸਦੇ ਵਿਸ਼ੇ ਵਸਤੂ ਬਾਰੇ ਕੋਈ 3 ਪ੍ਰਸ਼ਨ ਜੋ ਕਿ ਸਾਨੂੰ ਪੈਰੇ ਤੋਂ ਲੱਭ ਕੇ ਕਰਨੇ ਹੋਣਗੇ। ਇਹ ਸਕੋਰਿੰਗ ਹੈ, ਇਹ ਸਾਡੇ ਕੋਲ ਫ੍ਰੀ ਦੇ ਮਾਰਕਸ ਹੁੰਦੇ ਹੈ। ਹਾਂਜੀ, ਉਸ ਤੋਂ ਬਾਅਦ ਹੈ ਪ੍ਰਸ਼ਨ 7, ਪਾਠ ਪੁਸਤਕ ਦੇ 5 ਮੁਹਾਵਰਿਆਂ ਦੇ ਕੇ ਕੋਈ 3 ਮੁਹਾਵਰੇ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤਣਾ ਕਿ ਅਰਥ ਸਪਸ਼ਟ ਹੋ ਜਾਣ। ਹਰੇਕ ਦਾ 2 ਅੰਕ ਹੋਵੇਗਾ। ਹਾਂਜੀ, ਇੱਥੇ ਸਾਡੇ ਕੋਲ ਮੁਹਾਵਰੇ ਆਉਣਗੇ, ਸਾਨੂੰ 3 ਕਰਨੇ ਹੋਣਗੇ ਆਊਟ ਆਫ 5, ਜਿਹੜੇ ਕਿ
1 ਮਾਰਕਸ ਦਾ 2 ਸੋਰੀ ਇੱਕ ਜਿਹੜਾ ਮੁਹਾਵਰਾ 2 ਮਾਰਕਸ ਦਾ ਹੋਏਗਾ, ਤਾਂ ਸਾਡੇ ਕੋਲ ਟੋਟਲ 6 ਮਾਰਕਸ ਹੋ ਗਏ। ਉਸ ਤੋਂ ਬਾਅਦ ਹੈ ਪ੍ਰਸ਼ਨ 8, ਪਾਠ ਪੁਸਤਕ ਵਿੱਚੋਂ 4 ਵਾਕ ਜਿਨ੍ਹਾਂ ਵਿੱਚੋਂ ਕੇਵਲ 2 ਵਿਰਾਮ ਚਿੰਨ੍ਹ ਹੀ ਲੱਗ ਸਕਦੇ ਹੋਣ। ਹਾਂਜੀ, ਇਸ ਦੇ ਵਿੱਚ ਸਾਨੂੰ ਵਿਰਾਮ ਚਿੰਨ੍ਹ ਕਰਨਾ ਹੈ, ਜੋ ਸਾਡੇ ਕੋਲ 2 ਮਾਰਕਸ ਦਾ ਆਏਗਾ। ਉਸ ਤੋਂ ਬਾਅਦ ਸਾਡੇ ਕੋਲ ਪ੍ਰਸ਼ਨ 9 ਹੈ, ਕੋਈ 2 ਵਾਕ ਦੇ ਕੇ ਕਿਸੇ ਇੱਕ ਵਾਕ ਵਿਚਾਲੇ ਨਾਂਵ ਪੜ੍ਹਨਾਂਵ ਸ਼ਬਦਾਂ ਦੇ ਵਚਨ ਲਿੰਗ ਆਦਿ ਬਦਲ ਕੇ ਵੱਖਰੇ ਵੱਖਰੇ ਵਾਕਾਂ ਵਿੱਚ ਮੁੜ ਲਿਖਣ ਲਈ ਕਿਹਾ ਜਾਵੇਗਾ। ਹਰੇਕ ਸਹੀ ਵਾਕ ਦਾ 1 ਅੰਕ ਹੋਵੇਗਾ। ਹਾਂਜੀ, ਸਾਡੇ ਕੋਲ 2 ਵਾਕ ਹੋਣਗੇ, ਜਿਸ ਦੇ ਵਿੱਚ ਇੱਕ ਵਾਕ ਵਿਚਾਲੇ ਸਾਨੂੰ ਜਾਂ ਤਾਂ ਫਿਰ ਉਸਦਾ ਲਿੰਗ ਜਾਂ ਫਿਰ ਵਚਨ ਨਾਂਵ ਜਾਂ ਪੜ੍ਹਨਾਂਵ ਬਦਲ ਕੇ ਸਾਨੂੰ ਉਸਦਾ ਲਿਖਣਾ ਹੋਏਗਾ, ਉਸਨੂੰ ਰੀਰਾਈਟ ਕਰਨਾ ਹੋਏਗਾ। ਜਿਵੇਂ ਉਹ ਕੁੜੀ ਹੈ, ਉਸਨੂੰ ਅਸੀਂ ਵਚਨ ਬਦਲ ਕੇ ਲਿਖਣਾ ਹੈ, ਉਹ ਕੁੜੀਆਂ ਹਨ। ਹਾਂਜੀ, ਜਿਵੇਂ ਹੁਣ ਲਿੰਗ ਅਸੀਂ ਇਸਦਾ ਕਿਵੇਂ ਬਦਲ ਸਕਦੇ ਹਾਂ ਕਿ ਉਹ ਕੁੜੀ ਹੈ, ਉਹ ਮੁੰਡਾ ਹੈ। ਇੱਥੇ ਉਹ ਕੁੜੀ ਹੈ ਦੇ ਵਿੱਚ ਜਿਹੜੀ ਕੁੜੀ ਹੈ ਉਸਦਾ ਅਸੀਂ ਬਦਲਾਂਗੇ, ਕੀ ਹੋਏਗਾ, ਮੁੰਡਾ। ਹਾਂਜੀ, ਇਹ ਆਏਗਾ ਸਾਡੇ ਕੋਲ 1 ਮਾਰਕਸ ਦੇ 2 ਕਰਨੇ ਹੋਣਗੇ 2। ਹਾਂਜੀ, ਇਸੀ ਦੇ ਨਾਲ ਜਿਹੜਾ ਸਾਡਾ ਇਸ ਪੇਪਰ B ਦਾ ਸਿਲੇਬਸ ਹੈ ਉਹ ਕੰਪਲੀਟ ਹੁੰਦਾ ਹੈ, ਅਤੇ ਹੁਣ ਅਸੀਂ 1 ਬਾਏ 1 ਇਸਦੇ ਸਾਰੇ ਟੋਪਿਕ ਕਰਾਂਗੇ, ਜੋ ਕਿ ਤੁਸੀਂ ਸਾਡੇ ਚੈਨਲ ਸਟੱਡੀ ਮਟੀਰੀਅਲ ਕਲਾਸ 10th ਐਂਡ ਯੂਅਰ ਫਿਊਚਰ ਆਰ ਮਿਸ਼ਨ ਚੈਨਲ ਦੇ ਵਿੱਚ ਦੇਖ ਸਕਦੇ ਹੋ। ਪਲੀਜ਼ ਗਾਈਜ਼ ਲਾਈਕ ਐਂਡ ਸਬਸਕ੍ਰਾਈਬ। ਓਕੇ, ਬਾਏ ਬਾਏ ਐਵਰੀਵਨ।